सत श्री अकाल। मेरा नाम हरदीश कौर, ਲੈਕਚਰਰ ਫਿਜ਼ੀਕਲ ਐਜੂਕੇਸ਼ਨ ਫਰੋਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਏਕਲਗੱਡਾ ਤਰਨਤਾਰਨ। ਅੱਜ ਦੀ ਫਿਜ਼ੀਕਲ ਐਜੂਕੇਸ਼ਨ ਦੀ ਕਲਾਸ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ 12ਵੀਂ ਕਲਾਸ ਦੀ ਚੈਪਟਰ 2 ਸਰੀਰਕ ਸਿਖਲਾਈ ਬਾਰੇ ਪੜਾਂਗੇ। ਉਸ ਦੇ ਵਿੱਚ ਪਹਿਲਾ ਟੌਪਿਕ ਅਸੀਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸੈਕਿੰਡ ਟੌਪਿਕ ਹੈ ਗਰਮਾਉਣਾ। ਸੋ ਅੱਜ ਅਸੀਂ ਪੜਾਂਗੇ ਗਰਮਾਉਣਾ ਕੀ ਹੈ, ਗਰਮਾਉਣ ਦੀਆਂ ਕਿਸਮਾਂ ਕਿਹੜੀਆਂ ਹਨ ਅਤੇ ਗਰਮਾਉਣ ਦੇ ਸਿਧਾਂਤ ਕਿਹੜੇ-ਕਿਹੜੇ ਹਨ। ਸੋ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਗਰਮਾਉਣਾ ਕੀ ਹੈ। ਕਿਸੇ ਵੀ ਖੇਡ ਕਿਰਿਆ ਨੂੰ ਕਰਨ ਤੋਂ ਪਹਿਲਾਂ ਹਲਕੀਆਂ ਕਸਰਤਾਂ ਕਰਕੇ ਸਰੀਰ ਦਾ ਤਾਪਮਾਨ ਵਧਾਉਣਾ ਹੀ ਗਰਮਾਉਣਾ ਅਖਵਾਉਂਦਾ ਹੈ, ਜਿਵੇਂ ਸਲੋ ਰਨਿੰਗ, ਜੋਗਿੰਗ, ਸਟਰਾਈਡਿੰਗ, ਵਾਕਿੰਗ ਆਦਿ। ਇਸ ਦੇ ਵਿੱਚ ਵਰਡ ਯਾਦ ਰੱਖਣ ਵਾਲੀ ਚੀਜ਼ ਹੈ ਕਿ ਕਿਸੇ ਵੀ ਖੇਡ ਕਿਰਿਆ ਨੂੰ ਕਰਨ ਤੋਂ ਪਹਿਲਾਂ, ਜਦੋਂ ਵੀ ਅਸੀਂ ਕੋਈ ਖੇਡ ਖੇਡਦੇ ਹਾਂ ਜਾਂ ਕੋਈ ਮੁਕਾਬਲੇ 'ਚ ਪਾਰਟੀਸਪੇਟ ਕਰਦੇ ਹਾਂ ਜਾਂ ਅਸੀਂ ਅਭਿਆਸ ਕਰਨਾ ਸ਼ੁਰੂ ਕਰਦੇ ਹਾਂ ਆਪਣੀ ਗੇਮ ਦਾ, ਤਾਂ ਉਹਨਾਂ ਨੂੰ ਆਪਣੀ ਮੇਨ ਗੇਮ ਖੇਡਣ ਤੋਂ ਪਹਿਲਾਂ ਸਾਨੂੰ ਛੋਟੀ ਛੋਟੀ ਕਸਰਤਾਂ ਕਰਕੇ ਸਰੀਰ ਦਾ ਤਾਪਮਾਨ ਵਧਾਉਣਾ ਪੈਂਦਾ ਹੈ। ਕਿਉਂਕਿ ਜੇ ਅਸੀਂ ਇੱਕਦਮ ਮਸਲਸ ਦਾ ਜ਼ੋਰ ਲਗਾ ਦਾਂਗੇ, ਇੱਕਦਮ ਅਸੀਂ ਮਸਲ ਨੂੰ ਕਿਰਿਆ ਕਰਨ ਲਈ ਸ਼ੁਰੂ ਕਰ ਦਾਂਗੇ ਤਾਂ ਕੀ ਹੋਏਗਾ ਕਿ ਮਸਲ ਖਿੱਚਿਆ ਜਾਏਗਾ, ਕਿਉਂਕਿ ਉਹ ਪੈਣ ਵਾਲੇ ਬੋਝ ਲਈ ਤਿਆਰ ਨਹੀਂ ਹੈ। ਇਸ ਕਰਕੇ ਗਰਮਾਉਣ ਦੌਰਾਨ ਹੀ ਕੀ ਕੀਤਾ ਜਾਂਦਾ ਹੈ ਕਿ ਖੇਡ ਦੌਰਾਨ ਪੈਣ ਵਾਲੇ ਬੋਝ ਨੂੰ ਮਾਸਪੇਸ਼ੀਆਂ ਨੂੰ ਤਿਆਰ ਕੀਤਾ ਜਾਂਦਾ ਹੈ, ਤਾਂ ਕਿ ਮਾਸਪੇਸ਼ੀਆਂ ਖੇਡ ਦੌਰਾਨ ਜ਼ਿਆਦਾ ਪੈਣ ਵਾਲੇ ਬੋਝ ਨੂੰ ਜਿਹੜਾ ਹੈ ਉਹ ਸਹਿਣ ਦੇ ਕਾਬਿਲ ਹੋ ਸਕਣ। ਸੋ ਇਹ ਅਸੀਂ ਵਾਕਿੰਗ, ਸਲੋ ਜੋਗਿੰਗ, ਰਨਿੰਗ, ਸਟਰਾਈਡਿੰਗ, ਸਟਰੈਚਿੰਗ ਕਰਕੇ ਕਰ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਸਾਡਾ ਅਗਲਾ ਟੌਪਿਕ, ਇਸ ਦਾ ਪਾਰਟ ਗਰਮਾਉਣ ਦੀਆਂ ਕਿਸਮਾਂ। ਕਿ ਗਰਮਾਉਣਾ ਕਿੰਨੀ ਪ੍ਰਕਾਰ ਦਾ ਹੁੰਦਾ ਹੈ। ਗਰਮਾਉਣਾ 2 ਪ੍ਰਕਾਰ ਦਾ ਹੁੰਦਾ ਹੈ, ਮਨੋਵਿਗਿਆਨਿਕ ਗਰਮਾਉਣਾ ਤੇ ਸਰੀਰਕ ਗਰਮਾਉਣਾ। ਮਨੋਵਿਗਿਆਨਿਕ ਗਰਮਾਉਣ ਵਿੱਚ ਕੀ ਹੁੰਦਾ ਹੈ ਕਿ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਖੇਡ ਲਈ ਤਿਆਰ ਕੀਤਾ ਜਾਂਦਾ ਹੈ। ਬਹੁਤ ਵਾਰ ਦੇਖਿਆ ਜਾਂਦਾ ਕਿ ਖਿਡਾਰੀ ਮੁਕਾਬਲੇ ਤੋਂ ਪਹਿਲਾਂ ਤਾਂ ਬਹੁਤ ਵਧੀਆ ਖੇਡ ਰਿਹਾ ਹੁੰਦਾ ਹੈ, ਪਰ ਜਦੋਂ ਮੁਕਾਬਲਾ ਹੁੰਦਾ ਹੈ ਤਾਂ ਉਹ ਡਰ ਜਾਂਦਾ ਹੈ ਜਾਂ ਆਪਣੀ ਵਧੀਆ ਪਰਫੋਰਮੈਂਸ ਨਹੀਂ ਦੇ ਪਾਉਂਦਾ। ਉਹ ਉਸ 'ਚ ਕੀ ਕਮੀ ਹੋ ਸਕਦੀ ਹੈ ਕਿ ਉਸ ਨੂੰ ਖੇਡ ਤੋਂ ਪਹਿਲਾਂ ਮਨੋਵਿਗਿਆਨਿਕ ਤੌਰ 'ਤੇ ਤਿਆਰ ਨਹੀਂ ਕੀਤਾ ਗਿਆ। ਇਹ ਖੇਡ ਦੇ ਤੋਂ ਬਹੁਤ ਟਾਈਮ ਪਹਿਲਾਂ ਅਭਿਆਸ ਦੇ ਨਾਲ ਹੀ ਚੱਲਦਾ ਰਹਿੰਦਾ ਹੈ। ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਖਿਡਾਰੀ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ, ਉਸਦੇ ਮਨ ਦੇ ਡਰ ਨੂੰ ਦੂਰ ਕੀਤਾ ਜਾਂਦਾ ਹੈ। ਠੀਕ ਹੈ, ਫਿਰ ਉਸਨੂੰ ਉਸਦਾ ਜਿਹੜਾ ਰਿਕਾਰਡ ਹੈ, ਜੋ ਪੁਰਾਣਾ ਉਹਦੀਆਂ ਅਚੀਵਮੈਂਟਸ ਤੇ ਉਹਦੇ ਬਾਰੇ ਦੱਸਿਆ ਜਾਂਦਾ ਹੈ। ਮਤਲਬ ਤਰ੍ਹਾਂ ਤਰੀਕੇ ਨਾਲ ਉਸਨੂੰ ਮੋਟੀਵੇਟ ਕੀਤਾ ਜਾਂਦਾ ਹੈ ਤਾਂ ਕਿ ਉਸਦੇ ਵਿੱਚ ਕੌਨਫੀਡੈਂਸ ਬਣ ਸਕੇ। ਸੋ ਇਹ ਹੈ ਉਸਦੀ ਮਾਨਸਿਕ ਤਿਆਰੀ। ਸੋ ਮਨੋਵਿਗਿਆਨਿਕ ਗਰਮਾਉਣਾ ਕੀ ਹੋ ਗਿਆ, ਖਿਡਾਰੀ ਦੀ ਮਾਨਸਿਕ ਤਿਆਰੀ ਜੋ ਲਗਾਤਾਰ ਚੱਲਦੀ ਰਹਿੰਦੀ ਹੈ। ਉਸ ਤੋਂ ਬਾਅਦ ਹੈ ਸਰੀਰਕ ਗਰਮਾਉਣਾ। ਇਸ ਦੀ ਦੂਸਰੀ ਕਿਸਮ ਹੈ ਸਰੀਰਕ ਗਰਮਾਉਣਾ। ਸਰੀਰਕ ਗਰਮਾਉਣਾ ਕੀ ਹੈ ਕਿ ਖਿਡਾਰੀ ਨੂੰ ਛੋਟੀਆਂ ਹਲਕੀ ਕਸਰਤਾਂ ਕਰਕੇ ਸਰੀਰ ਦੇ ਅੰਗਾਂ ਦਾ ਤਾਪਮਾਨ ਵਧਾਉਣਾ ਜਿਹੜਾ ਹੈ, ਜਿਵੇਂ ਪਹਿਲਾਂ ਆਪਾਂ ਦੱਸ ਚੁੱਕੇ ਹਾਂ, ਉਹ ਸਰੀਰਕ ਗਰਮਾਉਣਾ ਅਖਵਾਉਂਦਾ ਹੈ। ਉਸ ਤੋਂ ਬਾਅਦ ਕਹਿੰਦਾ ਹੈ ਗਰਮਾਉਣ ਦੇ 2 ਕਿਸਮਾਂ ਇੱਥੇ ਆਪਾਂ ਐਕਸਪਲੇਨ ਕੀਤਾ ਹੋਇਆ ਹੈ ਕਿ ਮਨੋਵਿਗਿਆਨਿਕ ਗਰਮਾਉਣਾ ਤੇ ਸਰੀਰਕ ਗਰਮਾਉਣਾ ਕੀ ਹੈ। ਮਨੋਵਿਗਿਆਨਿਕ ਗਰਮਾਉਣਾ ਤੁਹਾਨੂੰ ਦੱਸਿਆ ਜਾ ਚੁੱਕਾ ਹੈ। ਇਹ ਕੀ ਹੈ, ਖਿਡਾਰੀ ਦੀ ਮਾਨਸਿਕ ਤਿਆਰੀ। ਸਰੀਰਕ ਗਰਮਾਉਣਾ ਕੀ ਹੈ, ਸਰੀਰ ਦੇ ਤਾਪਮਾਨ ਨੂੰ ਵਧਾਉਣਾ। ਅੱਗੇ ਸਰੀਰਕ ਗਰਮਾਉਣਾ ਜਿਹੜਾ ਹੈ ਉਹ 2 ਪ੍ਰਕਾਰ ਦਾ ਹੁੰਦਾ ਹੈ। ਕਿਹੜਾ ਹੁੰਦਾ ਹੈ, ਇੱਕ ਐਕਟਿਵ ਗਰਮਾਉਣਾ ਤੇ ਦੂਸਰਾ ਹੈ ਪੈਸਿਵ ਗਰਮਾਉਣਾ। ਪੈਸਿਵ ਗਰਮਾਉਣਾ ਕੀ ਹੁੰਦਾ ਹੈ ਕਿ ਕਈ ਵਾਰੀ ਖੇਡਾਂ ਇਸ ਵਿੱਚ ਨਾ ਜ਼ਿਆਦਾ ਫਿਜ਼ੀਕਲ ਸਟਰੈਂਥ ਜਿਹੜੀ ਹੈ ਉਹਦੀ ਲੋੜ ਨਹੀਂ ਪੈਂਦੀ, ਤਾਂ ਉਸ ਦੇ ਦੌਰਾਨ ਖਿਡਾਰੀ ਨੂੰ ਸਰੀਰਕ ਵਰਕ ਨਾ ਕਰਕੇ ਉਹ ਜਿਵੇਂ ਸੋਨਾ ਬਾਥ ਹੈ, ਹੀਟ ਹੈ ਜਾਂ ਮਸਾਜ ਹੈ ਜਾਂ ਕੌਫੀ ਅਤੇ ਚਾਹ ਦੀ ਵਰਤੋਂ ਕਰਕੇ ਆਪਣੇ ਸਰੀਰ ਦਾ ਜਿਹੜਾ ਤਾਪਮਾਨ ਹੈ ਉਸ ਨੂੰ ਵਧਾ ਸਕਦਾ ਹੈ। ਸੋ ਇਸ ਦੇ ਵਿੱਚ ਫਿਜ਼ੀਕਲੀ ਇਨਵੋਲਵਮੈਂਟ ਨਹੀਂ ਹੈ, ਜਿਸ ਕਰਕੇ ਇਸ ਨੂੰ ਪੈਸਿਵ ਗਰਮਾਉਣਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਐਕਟਿਵ ਗਰਮਾਉਣਾ। ਇਸ ਪ੍ਰਕਾਰ ਜਿਹੜਾ ਗਰਮਾਉਣਾ ਹੈ, ਇਸ ਦੇ ਵਿੱਚ ਸਰੀਰ ਜਿਹੜਾ ਹੈ ਉਹ ਟੋਟਲੀ ਇਨਵੋਲਵ ਹੁੰਦਾ ਹੈ, ਯਾਨੀ ਕਿ ਸਰੀਰਕ ਗਰਮਾਉਣਾ ਦੀ ਹੀ ਇੱਕ ਕਿਸਮ ਹੈ ਵਿੱਚ ਸਰੀਰ ਨੂੰ ਇਨਵੋਲਵ ਕਰਕੇ ਗਰਮਾਇਆ ਜਾਂਦਾ ਹੈ। ਇਹ ਅੱਗੇ 2 ਤਰ੍ਹਾਂ ਦਾ ਹੁੰਦਾ ਹੈ, ਆਮ ਗਰਮਾਉਣਾ ਅਤੇ ਖਾਸ ਗਰਮਾਉਣਾ। ਆਮ ਗਰਮਾਉਣਾ ਕੀ ਹੁੰਦਾ ਹੈ, ਕਿਸੇ ਵੀ ਖੇਡ ਦਾ ਖਿਡਾਰੀ ਹੈ, ਕੋਈ ਵੀ ਖੇਡ ਖੇਡਦਾ ਹੈ, ਚਾਹੇ ਉਹ ਫੁੱਟਬਾਲ ਦਾ ਹੈ, ਖੋ-ਖੋ ਦਾ ਹੈ, ਕਬੱਡੀ ਦਾ ਹੈ, ਕ੍ਰਿਕਟ ਦਾ ਹੈ, ਤਾਂ ਉਹਨਾਂ ਸਾਰਿਆਂ ਲਈ ਇਹ ਗਰਮਾਉਣਾ ਇੱਕੋ ਜਿਹਾ ਹੀ ਹੁੰਦਾ ਹੈ। ਭਾਵ ਇਹ ਸਾਰੇ ਖਿਡਾਰੀ ਜਿਹੜੇ ਨੇ ਇਹ ਆਮ ਇੱਕੋ ਜਿਹੀ ਹਲਕੀ ਕਸਰਤਾਂ ਕਰਦੇ ਹਨ, ਜਿਨ੍ਹਾਂ ਵਿੱਚ ਸਟਰਾਈਡਿੰਗ, ਜੋਗਿੰਗ, ਰਨਿੰਗ, ਠੀਕ ਹੈ, ਇਹ ਸਾਰਾ ਕੁਝ ਹੁੰਦਾ ਹੈ। ਇਹ 8 ਤੋਂ 10 ਮਿੰਟ ਤੱਕ ਹਲਕਾ ਵਾਰਮਿੰਗ ਅਪ ਕਰਦੇ ਨੇ। ਵਾਰਮਿੰਗ ਅਪ ਦੇ ਦੌਰਾਨ ਉਹ ਆਪਣੇ ਜਿਹੜੇ ਅੰਗ ਨੇ ਉਹਨਾਂ ਨੂੰ ਗਰਮ ਕਰਦੇ ਨੇ। ਸੋ ਇਹ ਆਮ ਗਰਮਾਉਣਾ ਜੋ ਕਿ ਹਰ ਖੇਡ ਦੇ ਖਿਡਾਰੀ ਲਈ ਇੱਕੋ ਜਿਹਾ ਹੁੰਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਖਾਸ ਗਰਮਾਉਣਾ। ਇਸ ਪ੍ਰਕਾਰ ਜਿਹੜਾ ਗਰਮਾਉਣਾ ਹੈ ਉਹ ਕਿਸੇ ਵੀ ਖਿਡਾਰੀ ਦੀ ਖੇਡ ਦੇ ਨਾਲ ਹੀ ਸੰਬੰਧਿਤ ਹੋ ਸਕਦਾ ਹੈ। ਜਿਵੇਂ ਕਬੱਡੀ ਵਾਲਾ ਜਿਹੜਾ ਖਿਡਾਰੀ ਹੈ ਉਹ ਆਪਣੀ ਐਕਸਰਸਾਈਜ਼ ਕਰੇਗਾ, ਮਤਲਬ ਜਿਹੜੇ ਅੰਗ ਉਹਦੇ ਜ਼ਿਆਦਾ ਇਸਤੇਮਾਲ ਹੋਣੇ ਨੇ, ਜਿਵੇਂ ਉਹ ਆਪਣੀ
ਲੈਗਿੰਗ ਪ੍ਰੈਕਟਿਸ ਕਰੇਗਾ, ਬਾਰ-ਬਾਰ ਬੋਨਸ ਲਾਈਨ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਚੇਨ ਬਣਾਉਣ ਦੀ ਕੋਸ਼ਿਸ਼ ਕਰੇਗਾ। ਠੀਕ ਹੈ, ਇਸ ਚੀਜ਼ ਦਾ ਅਭਿਆਸ ਕਰੇਗਾ। ਜਿਵੇਂ ਫੁੱਟਬਾਲ ਦਾ ਖਿਡਾਰੀ ਹੈ, ਉਹਦੀਆਂ ਲੈਗਸ ਜ਼ਿਆਦਾ ਇਸਤੇਮਾਲ ਹੁੰਦੀਆਂ ਨੇ ਇਸ ਖੇਡ ਵਿੱਚ, ਤਾਂ ਉਹ ਬਾਰ-ਬਾਰ ਫੁੱਟਬਾਲ ਨਾਲ ਕਿਕਿੰਗ ਕਰੇਗਾ। ਖੋ-ਖੋ ਦਾ ਖਿਡਾਰੀ ਜਿਹੜਾ ਹੈ ਉਹ ਪੋਲ ਡਾਈਵ ਕਰੇਗਾ, ਪੋਲ ਟਰਨ ਕਰੇਗਾ ਅਤੇ ਕਵਰਿੰਗ ਵਗੈਰਾ ਕਰੇਗਾ। ਭਾਵ ਖਾਸ ਕਰਮਾਉਣਾ ਜਿਹੜਾ ਹੈ ਉਸ ਕਿਸੇ ਵੀ ਖਿਡਾਰੀ ਦੀ ਆਪਣੀ ਖੇਡ ਦੇ ਨਾਲ ਸੰਬੰਧਿਤ ਹੁੰਦਾ ਹੈ। ਸੋ ਇਹ ਵੀ 8 ਤੋਂ 10 ਮਿੰਟ ਤੱਕ ਕੀਤਾ ਜਾ ਸਕਦਾ ਹੈ। ਸੋ ਇਸ ਪ੍ਰਕਾਰ ਜਿਹੜਾ ਹੈ ਵਾਰਮਿੰਗ ਅਪ ਜਾਂ ਗਰਮਾਉਣਾ ਇਸ ਕਿਸ ਨਾਲ ਚੱਲਦਾ ਹੈ। ਗਰਮਾਉਣ ਦੀਆਂ 2 ਕਿਸਮਾਂ ਹਨ, ਮਨੋਵਿਗਿਆਨਿਕ ਗਰਮਾਉਣਾ, ਸਰੀਰਕ ਗਰਮਾਉਣਾ। ਸਰੀਰਕ ਗਰਮਾਉਣਾ 2 ਤਰ੍ਹਾਂ ਦਾ ਹੈ, ਐਕਟਿਵ ਗਰਮਾਉਣਾ, ਪੈਸਿਵ ਗਰਮਾਉਣਾ। ਐਕਟਿਵ ਗਰਮਾਉਣਾ 2 ਤਰ੍ਹਾਂ ਦਾ ਹੈ, ਆਮ ਗਰਮਾਉਣਾ ਅਤੇ ਖਾਸ ਗਰਮਾਉਣਾ। ਸੋ ਇਸ ਦੇ ਨਾਲ ਸਾਡਾ ਟੌਪਿਕ ਹੈ ਕਿ ਗਰਮਾਉਣ ਦੀਆਂ ਕਿਸਮਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਗਰਮਾਉਣ ਦੇ ਸਿਧਾਂਤ। ਤੇ ਗਰਮਾਉਣ ਦੇ ਕਿਹੜੇ ਸਿਧਾਂਤ ਹਨ। ਸਿਧਾਂਤ ਮਤਲਬ ਗਰਮਾਉਣ ਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਗਰਮਾਉਣ ਦੇ ਸਮੇਂ ਮੁਕਾਬਲੇ ਦੀ ਤੀਬਰਤਾ ਅਨੁਸਾਰ ਗਰਮਾਉਣਾ ਚਾਹੀਦਾ ਹੈ। ਇਸ ਤੋਂ ਭਾਵ ਹੈ ਕਿ ਜਦੋਂ ਵੀ ਅਸੀਂ ਵਾਰਮਿੰਗ ਅਪ ਕਰਨਾ ਹੈ, ਇੰਨਾ ਜ਼ਿਆਦਾ ਨਹੀਂ ਕਰ ਲੈਣਾ ਕਿ ਖੇਡ ਤੋਂ ਪਹਿਲਾਂ ਹੀ ਥੱਕ ਜਾਈਏ। ਵਾਰਮਿੰਗ ਅਪ 15 ਤੋਂ 30 ਮਿੰਟ ਤੱਕ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਮੁਕਾਬਲੇ ਦੀ ਤੀਬਰਤਾ ਮਤਲਬ ਕਿ ਮੁਕਾਬਲੇ ਵਿੱਚ ਕਿਸੇ ਖਿਡਾਰੀ ਨੂੰ ਕਿੰਨਾ ਜਿਹੜਾ ਹੈ ਉਹ ਕਿੰਨਾ ਟਾਈਮ ਦੀ ਗੇਮ ਹੈ, ਕਿੰਨਾ ਸਮਾਂ ਲੱਗਣਾ ਹੈ, ਕਿਸੇ ਖੇਡ ਵਾਸਤੇ ਕਿੰਨਾ ਸਮਾਂ ਲੱਗਣਾ ਹੈ, ਕਿੰਨੇ ਮਿੰਟਾਂ ਦੀ ਗੇਮ ਹੈ, ਉਸ ਦੇ ਅਨੁਸਾਰ ਗਰਮਾਉਣਾ ਚਾਹੀਦਾ ਹੈ। ਜਾਂ ਮੁਕਾਬਲੇ ਦੇ ਨਾਲ ਮੁਕਾਬਲੇ ਦੀ ਤੀਬਰਤਾ ਤੋਂ ਭਾਵ ਹੈ ਇੰਟੈਂਸਿਟੀ, ਭਾਵ ਉਸ ਮੁਕਾਬਲੇ ਦੌਰਾਨ ਖਿਡਾਰੀ ਦਾ ਕਿੰਨਾ ਕੁ ਜ਼ੋਰ ਲੱਗਣਾ ਹੈ। ਸੋ ਇਸ ਦੇ ਅਨੁਸਾਰ ਹੀ ਗਰਮਾਉਣਾ ਚਾਹੀਦਾ ਹੈ। ਇਸ ਤੋਂ ਭਾਵ ਬਣਦਾ ਹੈ ਇਸੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਗਰਮਾਉਣ ਦੇ ਸਮੇਂ ਖਿਡਾਰੀ ਨੂੰ ਹਮੇਸ਼ਾ ਜਿਸ ਖੇਡ ਨੂੰ ਉਹਨੇ ਖੇਡਣਾ ਹੈ ਉਸ ਦੇ ਕਿੰਨਾ ਸਮਾਂ ਲੱਗਣਾ ਹੈ ਉਸ ਦੇ ਅਨੁਸਾਰ, ਅਤੇ ਉਸ ਖੇਡ ਲਈ ਉਸਨੂੰ ਕਿੰਨਾ ਜ਼ੋਰ ਲਗਾਉਣਾ ਪੈ ਰਿਹਾ ਹੈ ਉਸ ਦੇ ਅਨੁਸਾਰ ਹੀ ਗਰਮਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਨੰਬਰ 2 ਆਉਂਦਾ ਹੈ ਸਿਹਤ, ਉਮਰ ਅਤੇ ਲਿੰਗ ਅਨੁਸਾਰ ਗਰਮਾਉਣਾ। ਇਸ ਤੋਂ ਭਾਵ ਹੈ ਕਿ ਖਿਡਾਰੀ ਨੂੰ ਉਸਦੀ ਸਿਹਤ ਦੇ ਅਨੁਸਾਰ ਗਰਮਾਉਣਾ ਚਾਹੀਦਾ ਹੈ। ਭਾਵ ਹਰ 2 ਖਿਡਾਰੀਆਂ ਦੀ ਸਮਰੱਥਾ ਅਲੱਗ-ਅਲੱਗ ਹੁੰਦੀ ਹੈ। ਕਿਸੇ 'ਚ ਸਮਰੱਥਾ ਫਿਜ਼ੀਕਲ ਸਮਰੱਥਾ ਜ਼ਿਆਦਾ ਹੁੰਦੀ ਹੈ, ਕਿਸੇ 'ਚ ਘੱਟ ਹੁੰਦੀ ਹੈ। ਜਿੰਨਾ ਉਸਦੀ ਸਿਹਤ ਅਲਾਉ ਕਰਦੀ ਹੈ ਉਨਾ ਹੀ ਉਹ ਗਰਮਾਏਗਾ। ਇਹ ਨਹੀਂ ਕਿ ਖੇਡ ਤੋਂ ਪਹਿਲਾਂ ਉਹ ਗਰਮਾਉਂਦੇ ਹੋਏ ਇੰਨਾ ਕੁ ਥੱਕ ਜਾਵੇ ਕਿ ਖੇਡ ਖੇਡਣ ਦੇ ਕਾਬਿਲ ਹੀ ਨਾ ਰਹੇ ਜਾਂ ਉਹ ਖੇਡ ਦੇ ਦੌਰਾਨ ਆਪਣੀ ਵਧੀਆ ਪਰਫਾਰਮੈਂਸ ਦੇ ਹੀ ਨਾ ਸਕੇ। ਸੋ ਉਸਨੂੰ ਆਪਣੀ ਸਿਹਤ ਦੇ ਅਨੁਸਾਰ ਜਿੰਨੀ ਉਸਦੀ ਸਮਰੱਥਾ ਹੈ ਉਹਦੇ ਅਨੁਸਾਰ ਗਰਮਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਉਮਰ, ਕਿ ਖਿਡਾਰੀ ਨੂੰ ਉਮਰ ਦੇ ਅਨੁਸਾਰ ਗਰਮਾਉਣਾ ਚਾਹੀਦਾ ਹੈ। ਇਸ ਤੋਂ ਭਾਵ ਹੈ ਕਿ ਕੁਝ ਖਿਡਾਰੀ ਬਿਗਨਰਸ ਹੁੰਦੇ ਨੇ, ਕੁਝ ਅਨੁਭਵੀ ਖਿਡਾਰੀ ਹੁੰਦੇ ਨੇ। ਇੱਕ ਬਿਗਨਰਸ ਜਾਂ ਹੁਣੇ ਸਿੱਖਿਆ ਹੈ ਖਿਡਾਰੀ, ਉਹ ਉਸਦੇ ਤੇ ਅਨੁਭਵੀ ਖਿਡਾਰੀ ਜਿਹੜਾ ਕਿ ਸਟੇਟ ਜਾਂ ਨੈਸ਼ਨਲ ਲੈਵਲ ਦਾ ਪਲੇਅਰ ਹੈ, ਉਹਨਾਂ ਦੋਵਾਂ ਦੇ ਗਰਮਾਉਣ 'ਚ ਫਰਕ ਹੋਏਗਾ। ਉਹਨਾਂ ਨੂੰ ਕਸਰਤਾਂ ਉਹਨਾਂ ਦੇ ਢੰਗ ਨਾਲ ਜਿਹੜੀਆਂ ਹੈ ਉਹ ਕਰਵਾਈਆਂ ਜਾ ਸਕਦੀਆਂ ਨੇ। ਉਸ ਦੇ ਵਿੱਚ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਕਿ ਖਿਡਾਰੀ ਦੀ ਉਮਰ ਜਿਹੜੀ ਹੈ ਉਹ ਕਿੰਨੀ ਹੈ ਤੇ ਉਹ ਕਿਸ ਲੈਵਲ ਦਾ ਖਿਡਾਰੀ ਹੈ। ਉਸ ਤੋਂ ਬਾਅਦ ਆਉਂਦਾ ਹੈ ਲਿੰਗ ਦੇ ਅਨੁਸਾਰ ਗਰਮਾਉਣਾ। ਲਿੰਗ ਤੋਂ ਭਾਵ ਹੈ ਕਿ ਗਰਮਾਉਣ ਦੇ ਸਮੇਂ ਧਿਆਨ ਰੱਖਣਾ, ਕਿਰਿਆਵਾਂ ਕਰਵਾਉਣ ਦੇ ਸਮੇਂ, ਕਿ ਉਹ ਲੜਕਾ ਹੈ ਜਾਂ ਲੜਕੀ ਹੈ। ਲੜਕੀ ਜਿਹੜੀ ਹੈ ਉਸਦੀ ਬੋਡੀ ਜਿਹੜੀ ਹੈ ਉਹ ਉਹਨੂੰ ਕਸਰਤਾਂ ਕਰਵਾ ਸਕਦੇ ਹਾਂ, ਜਾਂ ਉਸ ਦਾ ਗਰਮਾਉਣਾ ਜਿਹੜਾ ਹੈ ਉਹ ਲੜਕਿਆਂ ਦੇ ਮੁਕਾਬਲੇ ਉਹ ਘੱਟ ਸਕਦਾ ਹੈ। ਇਸ ਕਰਕੇ ਗਰਮਾਉਂਦੇ ਹੋਏ ਸਮੇਂ ਸਿਹਤ, ਉਮਰ ਅਤੇ ਲਿੰਗ ਅਨੁਸਾਰ ਹੀ ਗਰਮਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਤੀਜਾ ਪੁਆਇੰਟ ਆਉਂਦਾ ਹੈ ਸੌਖੇ ਤੋਂ ਔਖੇ ਵੱਲ ਦਾ ਸਿਧਾਂਤ। ਇਸ ਸਿਧਾਂਤ ਤੋਂ ਭਾਵ ਹੈ ਕਿ ਪਹਿਲਾਂ ਸੌਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਤੇ ਉਸ ਤੋਂ ਬਾਅਦ ਔਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਜਿਵੇਂ ਜਦੋਂ ਅਸੀਂ ਸਟਾਰਟਿੰਗ ਤੇ ਗਰਮਾਉਣਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਮਸਲ ਜਿਹੜੇ ਨੇ ਉਹ ਗਰਮ ਨਹੀਂ ਹੋਏ ਹੁੰਦੇ, ਮਾਸਪੇਸ਼ੀਆਂ 'ਚ ਤਾਪਮਾਨ ਨਹੀਂ ਹੁੰਦਾ ਪ੍ਰੋਪਰ, ਤਾਂ ਉਸ ਦਾ ਤਾਪਮਾਨ ਵਧਾਉਣ ਲਈ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਿਰਿਆ ਕਰਨ ਲਈ ਤਿਆਰ ਕਰਨ ਲਈ ਪਹਿਲਾਂ ਅਸੀਂ ਛੋਟੀਆਂ ਹਲਕੀਆਂ ਕਸਰਤਾਂ ਕਰਦੇ ਹਾਂ ਤਾਂ ਕਿ ਉਹ ਜਿਹੜੇ ਮਾਸਪੇਸ਼ੀਆਂ ਨੇ ਉਹ ਪੈਣ ਵਾਲੇ ਬੋਝ ਨੂੰ ਤਿਆਰ ਹੋ ਸਕਣ, ਪੈਣ ਵਾਲੇ ਬੋਝ ਲਈ ਤਿਆਰ ਹੋ ਜਾਣ। ਉਸ ਤੋਂ ਬਾਅਦ ਜਦੋਂ ਉਹ ਸੌਖੀਆਂ ਕਿਰਿਆ ਨਾਲ ਉਹਨਾਂ 'ਚ ਖਿਚਾਅ ਲਚਕ ਵੱਧ ਜਾਂਦੀ ਹੈ ਤਾਂ ਫਿਰ ਅਸੀਂ ਔਖੀਆਂ ਕਸਰਤਾਂ ਥੋੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇਸ ਸਿਧਾਂਤ ਅਨੁਸਾਰ ਹਮੇਸ਼ਾ ਹੀ ਪਹਿਲਾਂ ਸੌਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਤੇ ਉਸ ਤੋਂ ਬਾਅਦ ਔਖੀਆਂ ਕਸਰਤਾਂ, ਭਾਵ ਸਟ੍ਰੈਚਿੰਗ ਤੋਂ ਬਾਅਦ, ਇਸ ਤੋਂ ਬਾਅਦ ਸਟ੍ਰੈਚਿੰਗ ਵਗੈਰਾ ਕਰਨੀ ਚਾਹੀਦੀ ਹੈ। ਚੌਥਾ ਪਾਰਟ ਆਉਂਦਾ ਹੈ ਸਹੀ ਸਮੇਂ ਤੇ ਗਰਮਾਉਣਾ। ਇਸ ਸਿਧਾਂਤ ਦੇ ਅਨੁਸਾਰ ਕਿ ਗਰਮਾਉਣਾ ਹਮੇਸ਼ਾ ਖੇਡ ਤੋਂ 20 ਤੋਂ 40 ਮਿੰਟ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਇਹ ਨਹੀਂ ਖੇਡ ਸ਼ੁਰੂ ਹੋ ਜੇ ਘੰਟਾ ਪਿਆ ਹੈ ਤਾਂ ਖਿਡਾਰੀ ਪਹਿਲਾਂ ਹੀ ਵਾਰਮ ਕਰਨਾ ਸ਼ੁਰੂ ਕਰ ਦਿੰਦੇ। ਇਸ ਦੇ ਨਾਲ ਕੀ ਹੋਏਗਾ ਕਿ ਉਹਨੂੰ ਫਟੀਗ ਹੋ ਜਾਏਗੀ, ਉਹ ਥੱਕ ਜਾਏਗਾ, ਉਸ ਦੀਆਂ ਮਾਸਪੇਸ਼ੀਆਂ ਉਹਨਾਂ 'ਚ ਕਾਰਗੁਜ਼ਾਰੀ ਵਧਣ ਦੀ ਬਜਾਏ ਉਹਨਾਂ ਦੀ ਕਾਰਗੁਜ਼ਾਰੀ ਘੱਟ ਸਕਦੀ ਹੈ ਕਿਉਂਕਿ ਉਹ ਖੇਡ ਜ਼ਿਆਦਾ ਵਾਰਮਿੰਗ ਅਪ ਕਰਕੇ ਪਹਿਲਾਂ ਹੀ ਥਕਾਵਟ ਮਹਿਸੂਸ ਕਰ ਰਿਹਾ ਹੈ।
इस करके खेड दे गरमाउण दा इह सिद्धांत कहता है कि खिडारी नूं खेड मुकाबले तो सही समय ते गरमाउणा चाहिए, मतलब उन्हें अपने खेड मुकाबले तो 20 तो 30 मिनट के अंदर अंदर जिहड़ा है वो गरमाउण दी कसरतां करनियां चाहिए हैं। उस तो बाद आंदा है शरीर के सारे अंगां दी कसरतां। बहुत सारिया खेडां इस तरह है जिन्हां च ज़्यादातर मेन अंग की ही जी है वो लोड़ पैंदी है, सारे अंग हरकत च नहीं आते। पर गरमाउण दे समय इस सिद्धांत नूं ध्यान च रखना है कि बेशक सारे कोई मेन अंग ही उस खेड ज़्यादा इन्वॉल्व हो रहा है, पर गरमाउण दे समय शरीर के सारे अंगां की कसरत हो जानी चाहिए है। इसनूं असीं इस सिद्धांत नाल लैंदे हां कि हैड टू टो जां टो टू हैड, मतलब सिर तो शुरू करके पैरों तक सारे अंग हरकत च आउण जां पैरों तो लैके सिर तक लगातार तरतीबवार सारे आउण। मौसम के अनुसार गरमाउणा, इस टॉपिक के अनुसार इस पॉइंट के अनुसार खिडारी नूं गरमाउण की क्रिया जां गरमाउण दी कसरतां हमेशा ही मौसम के अनुसार करनियां चाहिए हैं। भाव गर्मियों के मौसम में बॉडी जल्दी टैंपरेचर उनका इनक्रीज हो जाता है, तापमान बढ़ जाता है, तो गर्मियों के मौसम में सानू ज़्यादा देर तक नहीं गरमाउणा चाहिए। इसके मुकाबले सर्दियों में सानू ज़्यादा देर तक गरमाउणा पैंदा है। भाव जे गर्मियों में 10 तो 15 मिनट तक बॉडी चंगी तरह वार्म हो जाती है, तो वही मौसम के अनुसार सर्दियों में साडा सानू शरीर है वो 15 मिनट तो ज़्यादा समा लेगा गर्म होने च। सो ये सिद्धांत कहता है कि व्यक्ति नूं खिडारी नूं मौसम के अनुसार जिहड़ा है वो गरमाउणा चाहिए है। इस भी है कि मौसम के अनुसार ही उसनूं किट वगैरह पहन लेनी चाहिए है। गर्मी है तो हल्के कपड़े पा सकता है, सर्दी है तो पूरा ट्रैक सूट वगैरह अपने आप को कवर करके ही गरमा सकता है। सो ये सी गरमाउण के सिद्धांत। उस तो बाद आता है गरमाउण के लाभ जां प्रभाव कि गरमाउण नाल शरीर नूं की फायदा हुंदा है, कि लाभ पहुँचते हैं तो जां शरीर नूं उत्ते किहड़े-किहड़े प्रभाव पैंदे हैं। वो है सब तो पहला गरमाउण नाल खेड विच सੱਟ लगन तो बचा रहिंदा है। सब तो पहला दा मेन पॉइंट यही आंदा है कि जे असीं अपने शरीर नूं गरमाईए उसकी मांसपेशियां च लचक आ जाती है, मांसपेशियां पैन वाले बोझ लई तैयार हो जांदियां हैं। इस करके जो मांसपेशियां नूं एकदम ज़्यादा जोर लगाना पैंदा है खेड दौरान जां मुकाबले दौरान, तां उन्हां विच किसी प्रकार की सੱਟ चोट नहीं लगती। जबकि जे असीं बिना गरमाउण तो ही क्रिया नूं शुरू कर देवांगे, जोर वाली क्रिया करनी शुरू कर देंगे, तो मसल खिंचे जाएंगे जिन्हों कि आपां मसल पुल कह दिंदे आ जां स्ट्रेन कह दिंदे आ। ये जिहड़ी है ये सੱਟ आम ही लग जाती है। सो गरमाउण दे नाल खेड विच सੱਟ लगन का खतरा जिहड़ा है वो नहीं रहिंदा। दूजा है गरमाउण दे नाल लचक, ताकत अते सहन शक्ति विच वाधा हुंदा है। फिजिकल फिटनेस दे जिहड़े कंपोनेंट्स ने साडे गति, ताकत, सहनशीलता, लचक, तालमेल, ये सारे ही अगर वार्मिंग आप असीं करते हाँ तो इन्हां दे विच एक रिदम बन जाता है और इन्हां दे विच वाधा आ जाता है। मांसपेशियां जिहड़ियां ने वो मतलब एक तरह नाल कंडीशनड हो जांदियां ने। तीजा है प्रतिक्रिया म्याद वधदी है। भाव गरमाउण दी क्रिया करन नाल जां बॉडी नूं वार्म अप करन नाल खिडारी दी प्रतिक्रिया म्याद यानी कि रिएक्शन टाइम वधदा है। खिडारी जिहड़ा है रिएक्शन टाइम तुहानूं पहला दस्सिया जा चुका है कि हुंदा है। प्रतिक्रिया म्याद कि संदेश मिलन ते क्रिया करन दा पिछला समा, उसनूं असीं प्रतिक्रिया म्याद कहंदे हां जां समा कहंदे हां, वो वध जांदा है। मतलब ओहदी जिहड़े मसल्स आ वो क्विक रिस्पॉन्स लई तैयार हो जाते हैं क्योंकि मांसपेशियां च लचक होने करके जां उहनां च तापमान सही होने करके वो जल्दी रिस्पॉन्ड करदियां हैं। उस तो बाद चौथा पॉइंट आंदा है निपुणता विच सुधार। खिडारी अगर वार्मिंग अप करके प्रॉपर फिर अपना खेड मुकाबले जां अभ्यास लई जाता है तो उस जी परफॉर्मेंस आ, निपुणता है, स्किल्स आ वो बहुत इंप्रूव होंदे ने। वो स्किल्स जिहड़े आ उन्हां विच सुधार आंदा है। उस तो बाद आंदा है नाड़ी मांसपेशियां विच सुधार आंदा है। इस तो भाव है खिडारी वार्मिंग अप करन नाल खिडारी दा न्यूरो मस्कुलर कोआर्डीनेशन जिहड़ा है वो वध जाता है। भाव जो भी जिहड़ा ब्रेन है वो संदेश दिंदा है, किसी क्रिया नूं समझण लई संदेश दिंदा है। मांसपेशियां जल्दी नाल उस विच इन्वॉल्व हो जांदियां हन तो क्रिया नूं सौखी ते आसान कर दिंदियां हन। उस तो बाद आंदा है खेड दौरान वधिया प्रदर्शन हुंदा है। जे खिडारी खेड के दौरान तो पहला किसी भी परफॉर्मेंस तो पहला अपना वार्मिंग अप बॉडी नूं चंगी तरह वार्मिंग करता है तो उसकी जी परफॉर्मेंस है वो वधिया हुंदी है, वो वधिया नतीजे प्राप्त करता है। सो ये सन सारे गरमाउण के लाभ जां उसके प्रभाव। सो इस दे नाल ही साडा अज दा टॉपिक गरमाउणा की है, इसकी किस्मां की हन, इसके सिद्धांत अते इसके लाभ जां प्रभाव ये सारा तुहानूं करवाया गया।
ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਲੈਸਨ ਸਮਝ ਆਇਆ ਹੋਵੇਗਾ। ਇਸੇ ਹੀ ਉਮੀਦ ਨਾਲ ਅੱਜ ਦੀ ਕਲਾਸ 'ਚੋਂ ਸੋ ਤੁਹਾਨੂੰ ਥੈਂਕ ਯੂ।